गुड मॉर्निंग स्टूडेंट्स। बेटे फिलोसफिकल परस्पैक्टिव इन एजुकेशन ਦੇ ਵਿੱਚ ਅਗਲਾ ਟੌਪਿਕ ਆਪਾਂ ਕਰਾਂਗੇ ਐਜੂਕੇਸ਼ਨ ਐਂਡ ਸਕੂਲਿੰਗ। ਕੱਲ ਆਪਾਂ ਕੀਤਾ ਸੀਗਾ ਐਜੂਕੇਸ਼ਨ ਦਾ ਮੀਨਿੰਗ ਜਿਹੜਾ ਹੈ ਉਹ ਵਾਈਡ ਰੂਪ ਦੇ ਵਿੱਚ ਆਪਾਂ ਕਰਦੇ ਆ ਰਹੇ ਸੀ। ਪਹਿਲਾਂ ਉਸਦੇ ਆਪਾਂ ਵਰਡਸ ਦੀ ਮੀਨਿੰਗ ਕੀਤਾ ਸੀਗਾ, ਫਿਰ ਉਸ ਤੋਂ ਬਾਅਦ ਵੈਸਟਰਨ ਕਨਸੈਪਟ ਕੀਤਾ, ਈਸਟਰਨ ਕਨਸੈਪਟ ਕੀਤਾ, ਫਿਰ ਉਸ ਤੋਂ ਬਾਅਦ ਜਿਹੜੇ ਡਿਫਰੈਂਸ਼ੀਅਲ ਜਿਹੜੇ ਉਹਦੇ ਨੇਮ ਨੇ ਐਜੂਕੇਸ਼ਨ ਦੇ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ। ਉਸ ਡਿਫਰੈਂਸ਼ੀਅਲ ਨੇਮਸ ਦੇ ਵਿੱਚੋਂ ਦੀ ਇੱਕ ਨੇਮ ਆਪਾਂ ਕੱਲ ਕਰ ਲਿਆ ਸੀਗਾ, ਉਹ ਕੀ ਸੀਗਾ ਆਪਣਾ ਇੰਸਟਰਕਸ਼ਨਸ। ਤੇ ਸੈਕੰਡਲੀ ਜਿਹੜੀ ਆਪਣੀ ਹੈ ਸਕੂਲਿੰਗ ਦੀ ਗੱਲ ਆ ਰਹੀ ਹੈ, ਜਿਹੜਾ ਅਗਲਾ ਪਾਰਟ ਹੈ ਸਕੂਲਿੰਗ। ਠੀਕ ਹੈ ਬੇਟਾ ਜੀ। ਹੁਣ ਜੇ ਸਕੂਲਿੰਗ ਦੀ ਗੱਲ ਕਰੀਏ, ਸਕੂਲਿੰਗ ਕੀ ਹੈ? ਸਕੂਲ ਦੇ ਵਿੱਚ ਜਿਹੜੀ ਪੜ੍ਹਾਈ ਕੀਤੀ ਜਾਂਦੀ ਹੈ ਉਸਨੂੰ ਆਪਾਂ ਸਕੂਲਿੰਗ ਕਿਹਾ ਜਾਂਦਾ ਹੈ। ਇਹਨਾਂ ਦੇ ਵੀ ਆਪਸ ਦੇ ਵਿੱਚ ਕਈ ਪੁਆਇੰਟਸ ਨੇ ਜਿਨ੍ਹਾਂ ਦੇ ਨਾਲ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜੇ ਪੁਆਇੰਟ ਲੈ ਕੇ ਚੱਲੀਏ ਸਕੋਪ। ਹੁਣ ਸਕੋਪ ਦੀ ਗੱਲ ਕਰੀਏ, ਜਿਹੜੀ ਐਜੂਕੇਸ਼ਨ ਹੈ, ਐਜੂਕੇਸ਼ਨ ਦਾ ਜਿਹੜਾ ਖੇਤਰ ਹੈ, ਐਜੂਕੇਸ਼ਨ ਦਾ ਜਿਹੜਾ ਘੇਰਾ ਹੈ ਉਹ ਬਹੁਤ ਹੀ ਜ਼ਿਆਦਾ ਵਿਸ਼ਾਲ ਹੈ। ਇਸ ਦੇ ਵਿੱਚ ਕੱਲੀ ਜਿਹੜੀ ਸਕੂਲ ਦੀ ਪੜ੍ਹਾਈ ਨੂੰ ਹੀ ਨਹੀਂ, ਜੀਵਨ ਭਰ ਚੱਲਣ ਵਾਲੀ ਜਿਹੜੀ ਪੜ੍ਹਾਈ ਹੈ ਉਸ ਦੀ ਗੱਲ ਕੀਤੀ ਜਾਂਦੀ ਹੈ। ਕਹਿੰਦੇ ਬੱਚੇ ਦੀ ਕੁੱਖ ਤੋਂ ਲੈ ਕੇ ਜਿਹੜੀ ਮੌਤ ਤੱਕ ਦਾ ਸਫ਼ਰ ਹੈ, ਜਿਸ ਉਸ ਸਫ਼ਰ ਦੇ ਦੌਰਾਨ ਬੱਚਾ ਜੋ ਵੀ ਸਿੱਖਦਾ ਹੈ ਉਹ ਇੱਕ ਐਜੂਕੇਸ਼ਨ ਦੇ ਵਿੱਚ ਆ ਜਾਂਦਾ ਹੈ। ਤੇ ਜੇ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਦੇ ਵਿੱਚ ਕੀ ਹੁੰਦਾ ਹੈ? ਸਕੂਲ ਇੱਕ ਨਿਰਧਾਰਿਤ ਪੜ੍ਹਾਈ ਕਰਾਉਂਦਾ ਹੈ, ਇੱਕ ਨਿਸ਼ਚਿਤ ਜਿਹੜੀ ਹੈ ਉਹ ਸਾਡੀ ਜਿਹੜੀ ਇੱਕ ਸੰਸਥਾ ਦੇ ਵਿੱਚ ਇੱਕ ਨਿਸ਼ਚਿਤ ਤਰੀਕੇ ਦੇ ਨਾਲ ਜਿਹੜੀ ਪੜ੍ਹਾਈ ਕਰਾਈ ਜਾਂਦੀ ਹੈ ਉਹ ਕੀ ਹੁੰਦਾ ਹੈ? ਇੱਕ ਸਕੂਲ ਹੁੰਦਾ ਹੈ। ਸਕੂਲ ਦੇ ਵਿੱਚ ਸਾਡੇ ਨਾਲ ਜਿਹੜੇ ਸਹਿਪਾਠੀ ਪੜ੍ਹਦੇ ਹੁੰਦੇ ਨੇ, ਸਾਡੇ ਦੋਸਤ ਮਿੱਤਰ ਪੜ੍ਹਦੇ ਹੁੰਦੇ ਨੇ, ਜਿਹੜੇ ਸਾਡੇ ਨਾਲ ਜਿਹੜੀ ਸਾਡੇ ਉਮਰ ਦੇ ਹਮ ਉਮਰ ਜਿਹੜੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਪੜ੍ਹਾਇਆ ਜਾਂਦਾ ਹੈ। ਇਸ ਦਾ ਖੇਤਰ ਇੱਕ ਸਕੂਲ ਤੱਕ ਹੀ ਸੀਮਿਤ ਰਹਿ ਜਾਂਦਾ ਹੈ। ਯਾਨੀ ਕਿ ਜਿਹੜਾ ਸਕੂਲ ਦਾ ਖੇਤਰ ਹੈ ਇੱਕ ਸੀਮਿਤ ਦਾਇਰਾ ਹੁੰਦਾ ਹੈ ਤੇ ਇੱਕ ਐਜੂਕੇਸ਼ਨ ਦਾ ਖੇਤਰ ਹੈ ਉਹ ਇੱਕ ਵਿਆਪਕ ਹੈ, ਇੱਕ ਬਹੁਤ ਹੀ ਲਾਰਜ ਰੂਪ ਦੇ ਵਿੱਚ, ਲਾਰਜ ਫਾਰਮ ਦੇ ਵਿੱਚ ਹੁੰਦਾ ਹੈ। ਠੀਕ ਹੈ ਬੇਟਾ ਜੀ। ਜੇ ਸੈਕਿੰਡ ਪੁਆਇੰਟ ਦੀ ਗੱਲ ਕਰੀਏ ਤਾਂ ਸੈਕਿੰਡ ਪੁਆਇੰਟ ਆ ਜਾਂਦਾ ਪੀਰੀਅਡ, ਜਿਹੜਾ ਸਮਾਂ। ਜਿਵੇਂ ਸਮੇਂ ਦੇ ਵਿੱਚ ਮੈਂ ਆਲਰੇਡੀ ਦੱਸਿਆ ਕਿ ਬਹੁਤ ਹੀ ਲੰਬਾ ਸਮਾਂ ਹੁੰਦਾ ਹੈ ਐਜੂਕੇਸ਼ਨ ਦਾ। ਲੰਬਾ ਸਮਾਂ ਕਿਉਂ ਹੁੰਦਾ ਹੈ? ਮਿਨੀਮਮ ਤਾਂ ਜੇਕਰ ਆਪਾਂ ਏਜ ਲਗਾਈਏ ਇੱਕ ਮਨੁੱਖ ਦੀ, ਜਿਹੜੀ ਇੱਕ ਮਨੁੱਖ ਦੀ ਉਮਰ ਹੈ 60 70 80, ਮਤਲਬ ਐਵਰੇਜਲੀ ਇੰਨੀ ਹੁੰਦੀ ਹੈ, ਤਾਂ ਉਸ ਏਜ ਦੇ ਵਿੱਚ ਇੰਨਾ ਲੰਬਾ ਸਮਾਂ ਹੁੰਦਾ ਹੈ ਸਿੱਖਿਆ ਨੂੰ ਸਿੱਖਣ ਦਾ। ਤੇ ਜੇ ਸਕੂਲ ਦੀ ਗੱਲ ਕਰੀਏ ਤਾਂ ਇੱਕ ਬੱਚਾ 4 ਸਾਲ ਦੀ ਉਮਰ ਦੇ ਵਿੱਚ ਸਕੂਲ ਜੁਆਇਨ ਕਰਦਾ ਹੈ। ਕੋਈ 8ਵੀਂ ਕਰਦਾ ਹੈ, ਕੋਈ 10ਵੀਂ ਕਰਦਾ ਹੈ, ਕੋਈ +2 ਕਰਦਾ ਹੈ, ਕੋਈ BA ਕਰਦਾ ਹੈ। ਵੱਧੋ ਵੱਧ ਵੀ 23 24 ਸਾਲ ਦੀ ਉਮਰ ਦੇ ਵਿੱਚ ਆ ਕੇ ਜਿਹੜਾ ਬੱਚਾ ਹੈ ਆਪਣੇ ਜਿਹੜਾ ਹੈ ਸਟੱਡੀ ਨੂੰ ਕੰਪਲੀਟ ਕਰ ਲੈਂਦਾ ਹੈ। ਤਾਂ ਇਹ ਸਕੂਲਿੰਗ ਦਾ ਇੱਕ ਸਮਾਂ ਹੈ, ਜਿਹੜਾ ਪੀਰੀਅਡ ਹੈ ਉਹ ਇੱਕ ਨਿਰਧਾਰਿਤ ਪੀਰੀਅਡ ਹੈ। ਤੇ ਇਸ ਦਾ ਜਿਹੜਾ ਐਜੂਕੇਸ਼ਨ ਦਾ ਜਿਹੜਾ ਵਿਆਪਕ ਘੇਰਾ ਹੈ ਉਸ ਦਾ ਕੋਈ ਵੀ ਸਮਾਂ ਨਿਸ਼ਚਿਤ ਨਹੀਂ ਹੈ, ਕੋਈ ਵੀ ਉਸਦੇ ਸਮੇਂ ਦਾ ਜਿਹੜਾ ਹੈ ਇੱਕ ਬਾਉਂਡੇਸ਼ਨ ਨਹੀਂ ਹੈ। ਤੇ ਜਿਹੜੇ ਕਿ ਸਕੂਲ ਦੇ ਪੀਰੀਅਡ ਦੀ ਬਾਉਂਡੇਸ਼ਨ ਹੈ, ਇੱਕ ਬੱਚਾ ਇੱਕ ਲਿਮਿਟ ਉਮਰ ਤੱਕ ਹੀ ਜਿਹੜਾ ਹੈ ਸਕੂਲ ਜੁਆਇਨ ਕਰਦਾ ਹੈ ਤੇ ਸਕੂਲਿੰਗ ਕਰ ਸਕਦਾ ਹੈ। ਜੇ ਥਰਡ ਪੁਆਇੰਟ ਦੀ ਗੱਲ ਕਰੀਏ ਤਾਂ ਥਰਡ ਪੁਆਇੰਟ ਆਪਣਾ ਆ ਜਾਂਦਾ ਐਸਪੈਕਟਸ। ਐਸਪੈਕਟਸ ਕਲੀਅਰ ਹੈ। ਹੁਣ ਐਸਪੈਕਟਸ ਕੀ ਨੇ? ਪੱਖ ਕੀ ਹੈ? ਹੁਣ ਪੱਖ ਦੇ ਵਿੱਚ ਕਹਿੰਦੇ ਫਾਰਮਲ ਤੇ ਇਨਫਾਰਮਲ। ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਬੇਟੇ ਫਾਰਮਲ ਤੇ ਇਨਫਾਰਮਲ ਦੋਨੋਂ ਹੀ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਹੈ, ਸਿੱਖਿਆ ਹੈ, ਜਿਹੜਾ ਵਿਆਪਕ ਰੂਪ ਹੈ ਸਾਨੂੰ ਦੋਨੋਂ ਰੂਪ ਦੇ ਵਿੱਚ ਮਿਲਦਾ। ਅਸੀਂ ਰਸਮੀ ਤੌਰ ਤੇ ਵੀ ਸਿੱਖਿਆ ਲੈਂਦੇ ਹਾਂ ਤੇ ਇੱਕ ਅਰਸਮੀ ਤੌਰ ਤੇ ਵੀ। ਯਾਨੀ ਕਿ ਰਸਮੀ ਤੌਰ ਤੇ ਹੁੰਦੀ ਹੈ ਕਿ ਜਿਹੜੀ ਸਿੱਖਿਆ ਪਾਉਣ ਦੀ ਜਾਂ ਸਾਨੂੰ ਕਹਾਣ ਦੀ ਜਿਹੜੀ ਘਰਦਿਆਂ ਵੱਲੋਂ ਮਿਲਦੀ ਹੈ। ਤੇ ਜੇ ਅਰਸਮੀ ਸਿੱਖਿਆ ਦੀ ਗੱਲ ਕਰੀਏ, ਜਿਹੜੀ ਚੀਜ਼ ਬਾਰੇ ਸਾਨੂੰ ਕਿਸੇ ਨਵੀਂ ਨੌਲੇਜ, ਨਵੀਂ ਸਿੱਖਿਆ ਹੈ, ਕਿਸੇ ਬਾਹਰ ਵਾਲੇ ਤੋਂ ਗੱਲ ਕਰਦੇ ਹੋਏ ਮਿਲ ਗਈ ਜਾਂ ਕਿਸੇ ਨੂੰ ਸਮਝਾਉਂਦੇ ਹੋਏ ਮਿਲ ਗਈ, ਜੋ ਅਲੱਗ-ਅਲੱਗ ਤਰ੍ਹਾਂ ਦੀ ਹੈ ਉਹ ਸਾਡੀਆਂ ਯਾਨੀ ਕਿ ਫਾਰਮਲ ਤੇ ਇਨਫਾਰਮਲ ਜਿਹੜੀ ਹੈ ਐਜੂਕੇਸ਼ਨ ਦੇ ਵਿੱਚ ਆ ਜਾਂਦੀ ਹੈ। ਤੇ ਜੇ ਸਕੂਲਿੰਗ ਦੀ ਗੱਲ ਕਰੀਏ ਤਾਂ ਇਸ ਵਿੱਚ ਕੱਲੀ ਫਾਰਮਲ ਐਜੂਕੇਸ਼ਨ ਨੂੰ ਹੀ ਲਿਆ ਜਾਂਦਾ ਹੈ। ਕੱਲੀ ਫਾਰਮਲ ਐਜੂਕੇਸ਼ਨ ਜਿਹੜੀ ਹੈ ਉਹ ਸਕੂਲਿੰਗ ਦੇ ਵਿੱਚ ਆਉਂਦੀ ਹੈ। ਇੱਕ ਰਸਮੀ
ਸਿੱਖਿਆ ਹੀ ਦਿੱਤੀ ਜਾਂਦੀ ਹੈ, ਜਿਹੜੀ ਕਿ ਸਾਡੇ ਅਧਿਆਪਨ ਦੇ ਨਾਲ ਹੁੰਦੀ ਹੈ, ਸਾਡੀ ਪੜ੍ਹਾਈ ਦੇ ਨਾਲ ਹੁੰਦੀ ਹੈ। ਜੋ ਕੋਰਸ ਮੈਂ ਕਰਨਾ ਚਾਹੁੰਦੀ ਹਾਂ ਉਸ ਕੋਰਸ ਦੇ ਰਿਗਾਰਡਿੰਗ ਹੋਏਗੀ, ਜੋ ਫੀਲਡ ਮੈਂ ਲੈਣਾ ਚਾਹੁੰਦੀ ਹਾਂ ਉਸ ਫੀਲਡ ਦੇ ਰਿਗਾਰਡਿੰਗ ਹੀ ਉਹ ਸਿੱਖਿਆ ਹੋਏਗੀ। ਠੀਕ ਹੈ ਬੇਟਾ ਜੀ। ਜੇ 4th ਪੁਆਇੰਟ ਦੀ ਗੱਲ ਕਰੀਏ ਤਾਂ 4th ਪੁਆਇੰਟ ਜਿਹੜਾ ਆਪਣਾ ਹੈ ਇਹ ਜਿਹੜਾ ਹੈ ਐਟਮੋਸਫੇਅਰ, ਜਿਹੜਾ 4th ਆਪਣਾ ਐਟਮੋਸਫੇਅਰ ਪੁਆਇੰਟ ਹੈ। ਹੁਣ ਐਟਮੋਸਫੇਅਰ ਦੇ ਵਿੱਚ ਵਾਤਾਵਰਣ ਦੇ ਵਿੱਚ ਲਈਏ ਤਾਂ ਇਹਦੇ ਵਾਤਾਵਰਣ ਦੇ ਵਿੱਚ ਤਾਂ ਸਿਰਫ ਇੱਕ ਸਕੂਲ ਹੈ। ਸਕੂਲ ਦੇ ਵਿੱਚ ਕੌਣ ਹੁੰਦਾ ਹੈ? ਇੱਕ ਅਧਿਆਪਕ ਹੁੰਦਾ ਹੈ, ਇੱਕ ਪ੍ਰਿੰਸੀਪਲ ਹੁੰਦਾ ਹੈ, ਇੱਕ ਪੀਐਨ ਹੁੰਦਾ ਹੈ, ਜਾਂ ਹੋਰ 4th ਕਲਾਸ ਇੰਪਲਾਈਜ਼ ਹੁੰਦੇ ਨੇ, ਲਾਇਬ੍ਰੇਰੀਅਨ ਹੁੰਦਾ ਹੈ। ਜੇ ਆਪਾਂ ਜਿੰਨੇ ਵੀ ਫੈਕਲਟੀ ਮੈਂਬਰਸ ਆਪਾਂ ਗੱਲ ਕਰ ਲੈਣੇ ਇੱਕ ਸਕੂਲ ਦੇ ਐਟਮੋਸਫੇਅਰ ਦੇ ਵਿੱਚ ਪਾਏ ਜਾਂਦੇ ਨੇ। ਪਰ ਜੇ ਐਜੂਕੇਸ਼ਨ ਦੀ ਗੱਲ ਕਰੀਏ, ਜੇ ਸਿੱਖਿਆ ਦੀ ਗੱਲ ਕਰੀਏ ਤਾਂ ਇਸ ਦਾ ਖੇਤਰ ਇੰਨਾ ਵਿਸ਼ਾਲ ਹੈ ਕਿ ਆਪਣੇ ਪਰਿਵਾਰ ਤੋਂ ਸ਼ੁਰੂ ਹੋ ਕੇ ਆਂਢ ਗੁਆਂਢ, ਰਿਸ਼ਤੇਦਾਰ, ਸਮਾਜ, ਹੋਰ ਜਿੱਥੇ ਅਸੀਂ ਗੁਰਦੁਆਰੇ, ਮੰਦਿਰ ਜਿੱਥੇ ਵੀ ਜਾਂਦੇ ਹਾਂ ਤਾਂ ਉਹ ਸਾਡੇ ਵਾਤਾਵਰਣ ਦੇ ਵਿੱਚ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ। ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਹੈ ਸਿੱਖਿਆ ਪ੍ਰਾਪਤ ਕਰਦੇ ਹਾਂ। ਜਿਵੇਂ ਮੰਦਿਰ ਜਾਂ ਗੁਰਦੁਆਰੇ ਵਿੱਚ ਜਾਂਦੇ ਹਾਂ ਜਾਂ ਮਸਜਿਦ ਵਿੱਚ ਜਾਂਦੇ ਹਾਂ, ਇਸ ਆਪਣੀ ਚਰਚ ਵਿੱਚ ਜਾਂਦੇ ਹਾਂ ਤਾਂ ਉੱਥੇ ਸਾਨੂੰ ਧਾਰਮਿਕ ਸਿੱਖਿਆ ਮਿਲਦੀ ਹੈ, ਮਨ ਨੂੰ ਸ਼ਾਂਤ ਰੱਖਣ ਦੀ ਸਿੱਖਿਆ ਮਿਲਦੀ ਹੈ। ਤੇ ਜੇਕਰ ਅਸੀਂ ਪਰਿਵਾਰ ਦੇ ਵਿੱਚ ਰਹਿੰਦੇ ਹਾਂ ਤਾਂ ਪਰਿਵਾਰ ਦੇ ਨਾਲ ਸਾਨੂੰ ਪਿਆਰ ਦੇ ਨਾਲ ਰਹਿਣ ਦੀ ਸਿੱਖਿਆ ਮਿਲਦੀ ਹੈ। ਸਮਾਜ ਦੇ ਵਿੱਚ ਰਹਿੰਦੇ ਹਾਂ ਤਾਂ ਸਮਾਜ ਦੇ ਨਾਲ ਕਿਵੇਂ ਇੱਕ ਦੂਸਰੇ ਨਾਲ ਵਿਚਰਨ ਕਰਨਾ ਹੈ, ਸਾਨੂੰ ਉਸ ਰਿਗਾਰਡਿੰਗ ਜਿਹੜੀ ਹੈ ਉਹ ਸਿੱਖਿਆ ਮਿਲਦੀ ਹੈ। ਤੇ ਅਗਲਾ ਪੁਆਇੰਟ ਬੇਟੇ ਆਪਾਂ ਗੱਲ ਕਰੀਏ ਤਾਂ ਆਪਣਾ ਅਗਲਾ ਪੁਆਇੰਟ ਹੈ ਏਮਸ। ਹੁਣ ਏਮਸ ਕੀ ਹੈ? ਹੁਣ ਸਕੂਲਿੰਗ ਦੀ ਸਿੱਖਿਆ ਦਾ ਏਮ ਕੀ ਹੈ? ਸਕੂਲਿੰਗ ਦੀ ਸਿੱਖਿਆ ਦਾ ਇੱਕ ਏਮ ਇਹ ਹੈ ਕਿ ਇੱਕ ਨਿਸ਼ਚਿਤ ਸਮੇਂ ਤੱਕ ਬੱਚੇ ਨੂੰ ਪੜ੍ਹਾਈ ਕਰਵਾਉਣਾ, ਸਿੱਖਿਆ ਦੇਣਾ ਤਾਂ ਜੋ ਆਪਣੇ ਆਉਣ ਵਾਲੇ ਜੀਵਨ ਦੇ ਲਈ ਉਹ ਤਿਆਰ ਹੋ ਸਕੇ। ਉਸਦੇ ਆਉਣ ਵਾਲੇ ਜੀਵਨ ਦੇ ਲਈ ਉਸ ਬੱਚੇ ਨੂੰ ਤਿਆਰ ਕਰਨ ਦੇ ਲਈ ਜਿਹੜੀ ਹੈ ਸਿੱਖਿਆ ਇੱਕ ਆਪਣਾ ਰੋਲ ਨਿਭਾਉਂਦੀ ਹੈ। ਸਕੂਲ ਜਿਹੜਾ ਹੈ ਇੱਕ ਆਪਣਾ ਰੋਲ ਨਿਭਾਉਂਦਾ ਹੈ। ਸਕੂਲ ਬੱਚੇ ਨੂੰ ਇੱਕ ਕੈਰੀਅਰ ਪੁਆਇੰਟ ਤੱਕ ਤਿਆਰ ਕਰਨ ਦੇ ਲਈ ਆਪਣਾ ਰੋਲ ਨਿਭਾਉਂਦਾ ਹੈ। ਪਰ ਜੇ ਸਿੱਖਿਆ ਦੀ ਗੱਲ ਕਰੀਏ ਤਾਂ ਉਸ ਦਾ ਉਦੇਸ਼ ਜਿਹੜਾ ਹੈ ਨਾ ਸਿਰਫ ਇੱਕ ਪੱਖ ਨੂੰ ਡਿਵੈਲਪ ਕਰਨਾ, ਬਲਕਿ ਹਰ ਪੱਖ, ਮੈਂਟਲ ਲੈਵਲ, ਹੈਲਥ ਲੈਵਲ, ਸਾਰੇ ਹੀ ਤਰ੍ਹਾਂ ਦੀ ਜਿੰਨੀ ਵੀ ਹੈ ਉਹ ਸਾਡੇ ਡਿਵੈਲਪਮੈਂਟ ਕਰਦਾ ਹੈ। ਆਲ ਰਾਊਂਡ ਡਿਵੈਲਪਮੈਂਟ ਕਰਨਾ ਸਿੱਖਿਆ ਦਾ ਮੇਨ ਪਰਪਸ ਹੈ। ਕਿਸ ਤਰੀਕੇ ਨਾਲ ਅਸੀਂ ਵਿਵਹਾਰ ਕਰਨਾ ਹੈ, ਕਿਸ ਤਰੀਕੇ ਨਾਲ ਜਿਹੜਾ ਹੈ ਅੱਗੇ ਅਸੀਂ ਆਪਣੇ ਆਪ ਨੂੰ ਵਧਾਉਣਾ ਹੈ, ਉਹ ਸਾਨੂੰ ਸਿੱਖਿਆ ਸਿਖਾਉਂਦੀ ਹੈ। ਜਿਵੇਂ ਕਿ ਇੱਕ ਜਾਨਵਰ ਦੀ ਗੱਲ ਕਰੀਏ, ਜੇ ਜਾਨਵਰ ਨੂੰ ਵੀ ਜਿਵੇਂ ਆਪਾਂ ਸਰਕਸ ਸ਼ੋਅ ਦੇਖਦੇ ਆ, ਜਾਨਵਰਾਂ ਨੂੰ ਵੀ ਸਿੱਖਿਆ ਦੇ ਕੇ ਕੀ ਕੀਤਾ ਜਾਂਦਾ, ਟ੍ਰੇਨ ਕੀਤਾ ਜਾਂਦਾ, ਤਿਆਰ ਕੀਤਾ ਜਾਂਦਾ, ਸਿਖਲਾਈ ਦਿੱਤੀ ਜਾਂਦੀ ਹੈ ਉਹਨਾਂ ਨੂੰ ਵੀ ਉਹ ਬੱਚੇ ਜਿਹੜਾ ਹੈ ਉਹ ਸਿੱਖ ਜਾਣ। ਤਾਂ ਮਨੁੱਖ ਨੂੰ ਵੀ ਉਸੇ ਤਰੀਕੇ ਨਾਲ ਸਿੱਖਿਆ ਦੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ। ਤੇ ਨੈਕਸਟ ਆ ਜਾਂਦਾ ਬੇਟੇ ਏਜੰਟਸ ਔਰ ਏਜੰਸੀਜ਼। ਜੇ ਇੱਥੇ ਗੱਲ ਕਰੀਏ ਏਜੰਟਸ, ਹੁਣ ਏਜੰਟਸ ਦਾ ਮਤਲਬ ਕਿ ਯਾਨੀ ਕਿ ਸਿੱਖਿਆ ਦੇਣ ਵਾਲਾ ਕੌਣ ਹੈ? ਸਕੂਲ ਦੇ ਵਿੱਚ ਸਿੱਖਿਆ ਦੇਣ ਵਾਲਾ ਕੌਣ ਹੁੰਦਾ ਹੈ? ਰਸਮੀ ਤੌਰ ਤੇ ਸਿੱਖਿਆ ਦੇਣ ਵਾਲਾ ਇੱਕ ਅਧਿਆਪਕ ਹੀ ਹੁੰਦਾ ਹੈ ਜਿਹੜਾ ਸਾਨੂੰ ਸਿੱਖਿਆ ਦਿੰਦਾ ਹੈ। ਤੇ ਜੇ ਆਪਾਂ ਸਾਰੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਹੁੰਦਾ ਹੈ? ਸਾਨੂੰ ਸਿੱਖਿਆ ਕਿਸ ਤੋਂ ਮਿਲ ਸਕਦੀ ਹੈ? ਮਾਂ-ਬਾਪ ਤੋਂ ਮਿਲ ਸਕਦੀ ਹੈ, ਭੈਣ ਭਰਾ ਤੋਂ ਮਿਲ ਸਕਦੀ ਹੈ, ਦਾਦਾ ਦਾਦੀ ਤੋਂ ਮਿਲ ਸਕਦੀ ਹੈ, ਜਾਂ ਜਿਹੜੇ ਨਾਲ ਸਾਡੇ ਆਂਢੀ ਗੁਆਂਢੀ ਨੇ ਉਹ ਵੀ ਸਿੱਖਿਆ ਦਾ ਇੱਕ ਰੂਪ ਬਣ ਸਕਦੇ ਨੇ, ਜਿਹੜੇ ਪੀਅਰ ਗਰੁੱਪ ਨੇ ਸਾਡੇ ਨਾਲ ਦੇ ਕੋਲੀਗਸ ਨੇ ਉਹਨਾਂ ਤੋਂ ਸਾਨੂੰ ਸਿੱਖਿਆ ਮਿਲ ਸਕਦੀ ਹੈ। ਜਾਂ ਆਪਾਂ ਗੱਲ ਕਰੀਏ ਜਿਹੜੇ ਐਂਟਰਟੇਨਮੈਂਟ ਸਾਧਨ ਨੇ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਜਿੰਨੀਆਂ ਵੀ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਸਿੱਖਿਆ ਦੇ ਏਜੰਟਸ ਦੇ ਰੂਪ ਵਿੱਚ ਗੱਲ ਕਰਦੇ ਹਾਂ, ਏਜੰਟਸ ਦੇ ਰੂਪ ਵਿੱਚ ਹੁੰਦੀਆਂ ਨੇ। ਜਿਵੇਂ ਕਿ ਦਿੱਲੀ ਵਰਗੀਆਂ ਮੈਟਰੋਪੋਲੀਟਨ ਜਿੰਨੀਆਂ ਵੀ ਸਿਟੀਜ਼ ਨੇ ਉਸ ਦੇ ਵਿੱਚ ਕੀ ਹੁੰਦਾ ਕਿ FM ਚੈਨਲ ਚੱਲਦਾ ਰਹਿੰਦਾ ਹੈ। ਉਹ ਜਿਹੜਾ FM ਚੈਨਲ ਹੈ ਉਹ ਇੱਕ ਏਜੰਟ ਦਾ ਕੰਮ ਕਰਦਾ ਹੈ। ਜੇ ਅਸੀਂ ਮਾਸ ਮੀਡੀਆ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਜਿਹੜੀ ਹੈ ਮਾਸ ਮੀਡੀਆ ਦੇ ਰਾਹੀਂ ਵੀ ਬਹੁਤ ਜ਼ਿਆਦਾ ਜਿਹੜੀ ਆ ਆਪਣੀ ਸਤਾ ਨਿਭਾਉਂਦੀ ਹੈ। ਤੇ ਜੇਕਰ ਆਪਾਂ ਉਹਦੀ ਗੱਲ ਕਰੀਏ ਜਿਵੇਂ ਹੁਣ ਕਿ ਅੱਜ ਕੱਲ੍ਹ ਆ ਰਿਹਾ ਕੌਣ ਬਣੇਗਾ ਕਰੋੜਪਤੀ, ਠੀਕ ਹੈ ਨਾ, KBC ਦੀ ਗੱਲ ਕਰੀਏ ਤਾਂ KBC ਬੜੇ ਸ਼ੌਂਕ ਨਾਲ ਬੱਚੇ ਦੇਖਦੇ ਨੇ ਜਾਂ ਫੈਮਿਲੀਜ਼ ਦੇਖਦੀਆਂ ਨੇ, ਤਾਂ ਉਹ ਵੀ ਇੱਕ ਸਾਡੇ ਸਿੱਖਿਆ ਦਾ ਇੱਕ ਪਾਰਟ ਬਣ ਰਿਹਾ ਹੈ। ਸਾਨੂੰ ਉਸ ਤੋਂ ਵੀ ਬਹੁਤ ਜ਼ਿਆਦਾ ਲਰਨਿੰਗ ਕਰਨ ਨੂੰ ਮਿਲ ਰਹੀ ਹੈ ਕਿ ਕਿਸ ਤਰੀਕੇ ਨਾਲ ਬੱਚੇ ਜਿਹੜੇ ਨੇ ਮੋਟੀਵੇਟ ਹੁੰਦੇ ਨੇ, ਕਿਸ ਤਰੀਕੇ ਨਾਲ ਆਪਣੇ ਏਮ ਨੂੰ ਪਾਉਣ ਦੇ ਲਈ ਕਿੰਨੀਆਂ ਸਟੱਡੀਜ਼ ਕਰ ਰਹੇ ਨੇ, ਜਾਂ ਕਿਸ ਤਰੀਕੇ ਨਾਲ ਉਹ ਹਰ ਗੱਲ ਦਾ ਜਵਾਬ ਦਿੰਦੇ ਨੇ,
कितनी वड्डी दुनिया है, कितने ज़्यादा क्वेश्चंस पए ने, कितनी ज़्यादा ਜਿਹੜੀਆਂ ਜਾਣਕਾਰੀਆਂ ਨੇ ਜਿਹੜੀਆਂ ਸਾਨੂੰ ਪਤਾ ਵੀ ਨਹੀਂ ਹੈ, ਔਰ ਉਸ ਨੂੰ ਜਾਣਨ ਦੀ ਜਿਹੜੀ ਸਾਡੇ ਅੰਦਰ ਉਤਸੁਕਤਾ ਹੁੰਦੀ ਹੈ, ਉਹ ਇੱਕ ਸਿੱਖਿਆ ਦਾ ਪਾਰਟ ਹੈ, ਉਹ ਇੱਕ ਵਿਸ਼ਾਲ ਸਿੱਖਿਆ ਦਾ ਪਾਰਟ ਹੈ, ਉਹ ਇੱਕ ਵਿਸ਼ਾਲ ਐਜੂਕੇਸ਼ਨ ਦਾ ਹਿੱਸਾ ਹੈ। ਠੀਕ ਹੈ जी। नेक्स्ट बेटा आ गया अपना एजेंट्स आ गए, फिर उसके बाद एजेंसी आ गई। एजेंसीज की गल करिए तो एजेंसी स्कूल में एक एजेंसी का रूप मन्निया गया है कि जिथे बच्चे इकट्ठे होकर पढ़ते हैं। जे एजुकेशन की एजेंसीज की गल करिए तो जिवें कि मैं दस्सिया है, एजुकेशन की एजेंसी दे विच की आ जाएगा, गुरुद्वारे, मंदिर, अपने जिन्ने भी मैं तुहानूं दस्सिया चैनल्स हो गए, वो एक एजेंसी ही है। एक अलग अलग तरह की एजेंसीज ने, जिवें डीडी चैनल चलते हैं या अपना ज्ञान दर्शन के चैनल चलते हैं जिहड़े अलग अलग सब्जैक्ट्स नाल डील करते हैं, तो वो सारिया एजेंसीज हैं जिहड़ियां कि साडे सिੱਖਿਆ ਦੇ ਖੇਤਰ ਨੂੰ विशाल बनाउंदियां ने। एक सानू पढ़ाई के नाल नाल ही साडे चौगिर्दे नाल, साडे इन्वायरमेंट के नाल असीं विचरदे हां, साडे इन्वायरमेंट नाल जाणू करवाउंदियां ने, जिंदगी जीण दा एक ढंग सिखाउंदियां ने। किस तरीके नाल, मतलब जे असीं मनोरंजन वाली साइड जाइए तो मनोरंजन दे विच भी साडा दिल बहचावा करके साडे दिल नूं, साडे दिमाग नूं रिलैक्स करदियां ने, साडी बॉडी नूं रिलैक्स करदियां ने, माइंड नूं रिलैक्स करदियां ने, जिस दे नाल असीं अपने काम नूं बड़ा फ्रैशमई तरीके नाल कर सकते हैं। ठीक है बेटा जी। तो उस तो अगे जे गल करिए अपनी पॉइंट आ गया अगला 8वां करिकुलम। हुण करिकुलम की गल करिए तो इस दे विच स्कूल दे विच एक निश्चित करिकुलम हुंदा है। वो करिकुलम हुंदा है जिहड़ा बच्चों के लैवल के हिसाब नाल हुंदा है, बच्चों के अनुसार कराया जाता है। ते पर जिस वाइड एरिया दे विच सिੱਖਿਆ की गल करिए तो उसका कोई विषय नहीं है, उस दे विच सिर्फ पक्की जड़े ने विषय आउंदे ने। जे समाज की गल करिए तो एक भावनात्मक संवेगात्मक जड़ी है साडियां भावनावां दे नाल, संवेग दे नाल, प्यार दे नाल, नफरत, ईर्खा, काम, क्रोध, मोह, लोभ, जिन्ने भी आपां पंज तत्तां दी विच गल करिए तो साडे एजुकेशन दे विच आ जांदियां ने, वो साडे एजुकेशन दा विषय बन जांदियां ने। परिवार सानू एक प्यार बारे सिखाउंदा है, परिवार दे विच ही सानू एक लालच पैदा हुंदा है कि असीं उन्हां दे लई काम करना है, उन्हां दे लई सानू लोभ आउंदा है, गुस्सा भी सानू, क्रोध भी उन्हां दे उत्ते आउंदा है जे कोई गलती वगैरह हो जाती है। तो एक एजुकेशन दा जिहड़ा वाइड जिहड़ा विषय है वो इन्ना ज़्यादा है कि इसनूं समेटना बहुत ज़्यादा औखा है। ठीक है बेटे। उस तो बाद 9वें पॉइंट की गल करिए तो अगला पॉइंट है अपना मैथड्स। ਹੁਣ ਮੈਥਡਸ ਦੀ ਗੱਲ ਕਰੀਏ, ਮੈਥਡ ਦੇ ਵਿੱਚ ਕੀ ਆ ਜਾਂਦਾ ਹੈ। ਜੇ ਸਕੂਲ ਦੀ ਵਿੱਚ ਗੱਲ ਕਰੀਏ ਤਾਂ ਮੈਥਡ ਦੇ ਵਿੱਚ ਡਿਸਕਸ਼ਨ आ गई, लेक्चर मेथड आ गया, अपना डिबेट आ गई, प्रोजेक्ट विधि आ गया, एक्सपेरिमेंट मेथड आ गया, इंडक्टिव मेथड, डिडक्टिव मेथड, मतलब एक काउंटेड मेथड्स आ जाते हैं। ਜਿਹੜੇ ਮੈਥਡ ਅਸੀਂ ਇੱਕ ਜਿਹੜੇ ਹੈ ਮੈਥਡਸ ਨੂੰ ਇਹਦੇ ਵਿੱਚ ਕਰਿਕੂਲਮ ਐਕਟੀਵਿਟੀਜ਼ ਦੇ ਵਿੱਚ ਜਿਹੜੇ ਸਕੂਲਿੰਗ ਦੇ ਵਿੱਚ ਮੈਥਡ ਦੇ ਵਿੱਚ ਕਰਿਕੂਲਮ ਦੇ ਨਾਲ ਨਾਲ ਇੱਕ ਕੋ-ਕਰਿਕੂਲਮ ਐਕਟੀਵਿਟੀਜ਼ ਜਿਹੜੀਆਂ ਵੀ ਉਹ ਇਸ ਮੈਥਡ ਦੇ ਲਈ ਸ਼ਾਮਿਲ ਕਰ ਲੈਂਦੇ ਆ। ਕੋ-ਕਰਿਕੂਲਮ ਐਕਟੀਵਿਟੀਜ਼ ਦੇ ਲਈ ਥੋੜੀ ਜਿਹੀ ਡਿਫਰੈਂਟ ਮੈਥਡਸ ਯੂਜ਼ ਕਰ ਲਏ ਜਾਂਦੇ ਆ। ਬਟ ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ मैथड नूं स्पैशलिटी नहीं दी गई क्योंकि हर मैथड जिहड़ा है वो शुरू हो जाता है बचपन तो ही। जबकि बच्चा 4 साल तो बाद स्कूल ज्वाइन करता उत्थे उसनूं राइमिंग जिहड़ी है पोएम सिखाई जाती है, ग्रामिंग पावर जिहड़ी उहदे बढ़ती है, जिहड़ा उहनूं रटन सिखाया जाता है। तो जे एजुकेशन की गल करिए तो छोटे हुंदे तो एक माँ बच्चे नूं सिखाना शुरू कर देती है कि किस तरीके नाल बोलना है, किस तरीके नाल ABCD या मम्मा पापा मतलब वर्ड्स तो लैके चलण तक खाण पीण तक जिहड़ा है वो जिहड़ा बच्चे नूं सिखाया जाता है। तो उस दे लई ये नहीं देखा जा रहा कि उसनूं लैक्चर दिता जा रहा है या उहदे लई क्रैमिंग मैथड यूज़ किया जा रहा है या उहदे लई फिजिकल एक्टिविटीज की जा रही है, मतलब उससे कोई काउंटिंग नहीं है। वो मैथड की जिहड़ी है वो काउंटिंग नहीं है कि किस मैथड के राही वो बच्चे नूं क्लीयर किया जा रहा है। ठीक है बेटा जी। तो उस तो बाद अगला पॉइंट अपना आ जाता है डिसिप्लिन। डिसिप्लिन हम डिसिप्लिन की है, डिसिप्लिन का मतलब अनुशासन है। स्कूल दे विच एक अनुशासन जो कादा अनुशासन मेन मन्निया जाता है टाइमिंग्स का,
पंचुअलिटी आ जाती है कि बच्चे ने 8 o'clock 8 to 2 स्कूल है तो मतलब 7:55 ਤੇ ਸਕੂਲ लगना है तो 2 o'clock उसमें छुट्टी हो जानी है। एक खाने का टाइम बाउंडेशन हो जाते हैं, लैक्चर्स के टाइम बाउंडेशन हो जाती ने, डिसिप्लिन उस नाल कहंदे कि बच्चे ਨੂੰ टाइम की पंचुअलिटी आ जाती है। उसਨੂੰ अनुशासन ਦੇ ਵਿੱਚ किस तरीके नाल जे कोई ਸਾਡੇ ਨਾਲ ਵੱਡਾ ਗੱਲ ਕਰ ਰਿਹਾ ਤਾਂ ਅਸੀਂ ਉਸ ਦੇ ਨਾਲ किस तरीके नाल ਗੱਲ करनी है, क्लास ਦੇ ਵਿੱਚ किस तरीके नाल बैठना है, किस तरीके नाल ਅਸੀਂ ਉੱਠਣਾ है और अपने कोलीग्स ਦੇ ਨਾਲ किस तरीके नाल रहना है, किस तरीके नाल ਅਸੀਂ ਸਮਾਜ ਵਿੱਚ ਚੱਲਣਾ है, ਉਹ ਸਕੂਲ ਦੇ ਰਾਹੀਂ डिसिप्लिन सिखाया जाता है। ਤੇ ਜਿਹੜਾ ਸਕੂਲ ਦੇ ਵਿੱਚ ਇੱਕ डिसिप्लिन ਹੁੰਦਾ ਹੈ ਉਹ कठोर ਹੁੰਦਾ है, हार्ड ਹੁੰਦਾ है। ਤੇ ਜੇਕਰ ਆਪਾਂ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਗੱਲ ਕਰੀਏ ਤਾਂ ਉਸ ਦੇ ਵਿੱਚ ਹਾਰਡ ਵੀ ਹੁੰਦਾ ਹੈ ਤੇ ਸੌਫਟ ਵੀ ਹੁੰਦਾ ਹੈ। ਜਿਵੇਂ ਕਿਹਾ ਜਾਂਦਾ ਹੈ ਕਹਿੰਦੇ ਇੱਕ ਬਾਪ ਥੱਪੜ ਲਗਾ ਦਿੰਦਾ ਹੈ ਤਾਂ ਉਸ ਦੀ ਮਾਤਾ ਬੱਚੇ ਨੂੰ ਪਿਆਰ ਕਰ ਦਿੰਦੀ ਹੈ, ਯਾਨੀ ਕਿ ਇੱਕ ਪਾਸੇ ਉਸ ਨੂੰ ਹਾਰਡਨੈਸ ਮਿਲ ਜਾਂਦੀ ਹੈ ਤੇ ਇੱਕ ਪਾਸੇ ਉਸ ਨੂੰ ਸੌਫਟਨੈਸ ਮਿਲ ਜਾਂਦੀ ਹੈ। ਉਸ ਨੂੰ ਹਾਰਡਨੈਸ ਇਸ ਲਈ ਮਿਲਦੀ ਹੈ ਕਿ ਉਹ ਗਲਤੀ ਕਰਦਾ ਹੈ ਤਾਂ ਉਸ ਨੂੰ ਪਨਿਸ਼ਮੈਂਟ ਦੇ ਰਾਹੀਂ ਉਹਨੂੰ ਸਿਖਾਇਆ ਜਾਂਦਾ ਹੈ ਤਾਂ ਉਹ ਜੋ ਰੂਡਨੈਸ ਆ ਜਾਂਦੀ ਹੈ, ਜੋ ਰੂਡਨੈਸ ਆਪਾਂ ਕਹਿੰਦੇ ਆ, ਜਿਹੜੀ ਹਾਰਡਨੈਸ ਆ ਜਾਂਦੀ ਹੈ ਉਹ ਇੱਕ ਡਿਸਿਪਲਿਨ ਹੀ ਸਿਖਾਉਣ ਲਈ ਆਉਂਦੀ ਹੈ ਤੇ ਦੂਸਰੇ ਪਾਸੇ ਇੱਕ ਸੌਫਟ ਡਿਸਿਪਲਿਨ ਵੀ ਸਿਖਾਇਆ ਜਾਂਦਾ। ਚਲੋ ਕੋਈ ਗੱਲ ਨਹੀਂ, ਬੱਚੇ ਫਿਰ ਦੁਬਾਰਾ ਇਹ ਗਲਤੀ ਨਹੀਂ ਕਰਨੀ। ਇੱਕ ਮਨ ਦੇ ਵਿੱਚ ਬੱਚੇ ਦੇ ਜਿਹੜੇ ਭਾਵਨਾ ਪੈਦਾ ਕਰ ਦਿੱਤੀ ਜਾਂਦੀ ਹੈ ਕਿ ਅਸੀਂ ਨਾਲ ਦੀ ਨਾਲ ਆਪਣੀ ਗਲਤੀ ਨੂੰ ਜਿਹੜਾ ਹੈ ਉਹ ਮੰਨ ਲੈਣਾ ਹੈ। ਇੱਕ ਡਿਸਿਪਲਿਨ ਹੈ ਇਹ ਮਨ ਦੇ ਵਿੱਚ ਬਣਿਆ ਹੋਇਆ ਕਿ ਮੈਂ ਇਹ ਕੰਮ ਨੂੰ ਕਰਨਾ ਹੈ, ਇੱਕ ਰਿਸਪੌਂਸਿਬਿਲਟੀ ਬਣ ਜਾਂਦੀ ਹੈ, ਜ਼ਿੰਮੇਵਾਰੀ ਬਣ ਜਾਂਦੀ ਹੈ ਜਿਹੜੀ ਹੈ ਐਜੂਕੇਸ਼ਨ ਦੀ ਸਾਨੂੰ ਇਹ ਸਿਖਾਉਣ ਦੀ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਡਿਸਿਪਲਿਨ ਮੇਨਟੇਨ ਕਿਵੇਂ ਰੱਖਣਾ ਹੈ। ਜਿਵੇਂ ਕਿ ਹੁਣ ਜੇ ਆਪਾਂ ਜਨਰਲ ਦੀ ਗੱਲ ਕਰੀਏ ਤਾਂ ਇੱਕ ਛੋਟੇ ਜਿਹੇ ਬੱਚੇ ਦਾ ਵਿਆਹ ਨਹੀਂ ਕਰ ਸਕਦੇ ਸੀ, ਠੀਕ ਹੈ, ਕਿਉਂਕਿ ਉਹ ਡਿਸਿਪਲਿਨ ਦੇ ਖਿਲਾਫ ਹੈ। ਕਿਉਂਕਿ ਇੱਕ ਉਮਰ ਹੁੰਦੀ ਹੈ, ਏਜ ਹੁੰਦੀ ਹੈ जिस उम्र तो बाद बच्चे या बच्चा या बच्ची दोनों विचों कोई भी है अपनी परिवारक या गृहस्थ जीवन को जीवन के योग हो जाते हैं, ठीक है। ये डिसिप्लिन जोड़ा है एजुकेशन दे विच सानू एजुकेशन दे राही हर फील्ड दे विच देखने को मिलता है और जिहड़ी सिक्ख्या दा जिहड़ा खेत्र है एडा विशाल है कि जीवन के हर हिस्से दे विच एक डिसिप्लिन की जरूरत पैंदी है। ते नैक्सट बड़े पॉइंट है अपना टीचर। ਹੁਣ ਜੇ ਸਕੂਲ ਦੇ ਵਿੱਚ ਗੱਲ ਕਰੀਏ ਤਾਂ ਇੱਕ ਅਧਿਆਪਕ ਜਿਹੜਾ ਹੈ ਟੀਚਰ ਹੁੰਦਾ, ਇੱਕ ਅਧਿਆਪਕ ਜਿਹੜਾ ਹੈ ਆਪਣਾ ਸਕੂਲ ਦੀ ਸਿੱਖਿਆ ਦੇਣ ਦਾ ਇੱਕ ਰੋਲ ਨਿਭਾਉਂਦਾ ਹੈ। ਤੇ ਜੇਕਰ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਦੇ ਵਿੱਚ ਸਾਡਾ ਟੀਚਰ ਕੋਈ ਵੀ ਹੋ ਸਕਦਾ ਹੈ। ਈਵਨ ਸਾਡੇ ਮਾਂ-ਬਾਪ ਨੂੰ ਅਸੀਂ ਗੁਰੂ ਤਾਂ ਕਹਿੰਦੇ ਹੀ ਕਹਿੰਦੇ ਹਾਂ। ਇਸ ਤੋਂ ਇਲਾਵਾ ਜਿਸ ਤੋਂ ਸਾਨੂੰ ਕੁਝ ਵੀ, ਜਿਵੇਂ ਹੁਣ ਕੋਈ ਬੱਚੇ ਸਟਿਚਿੰਗ ਸਿੱਖਦੇ ਨੇ ਤਾਂ ਸਟਿਚਿੰਗ ਸਿਖਾਉਣ ਵਾਲਾ ਸਾਡਾ ਗੁਰੂ ਹੈ। ਕਿਸੇ ਤੋਂ ਬੱਚੇ ਕਾਰਪੈਂਟਰੀ ਸਿੱਖਦੇ ਨੇ ਤਾਂ ਕਾਰਪੈਂਟਰੀ ਸਿਖਾਉਣ ਵਾਲਾ ਸਾਡਾ ਗੁਰੂ ਹੈ। ਜਾਂ ਆਪਾਂ ਕਹਿ ਲਓ ਕੁਕਿੰਗ ਸਿੱਖਦੇ ਨੇ, ਡਾਂਸਿੰਗ ਸਿੱਖਦੇ ਨੇ, ਆਰਟ ਐਂਡ ਕਰਾਫਟ ਸਿੱਖਦੇ ਨੇ, ਆਪਣੀ ਫੈਸ਼ਨ ਡਿਜ਼ਾਈਨਿੰਗ ਸਿੱਖਦੇ ਨੇ, ਹੇਅਰ ਡਰੈਸਿੰਗ ਸਿੱਖਦੇ ਨੇ, ਕੁਝ ਵੀ ਜਿਹੜੀ ਸਿੱਖਣ ਦੀ ਇੱਕ ਕੁਸ਼ਲਤਾ ਪੈਦਾ ਹੁੰਦੀ ਹੈ ਤਾਂ ਇੱਕ ਅਧਿਆਪਕ ਦੁਆਰਾ ਹੀ ਜਿਹੜੀ ਹੈ ਉਹ ਸਿਖਲਾਈ ਦਿੱਤੀ ਜਾਂਦੀ ਹੈ। ਸਕੂਲ ਦੇ ਵਿੱਚ ਇੱਕ ਅਧਿਆਪਕ ਇਕੱਲਾ ਹੁੰਦਾ ਹੈ ਤੇ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਲੈ ਕੇ ਚੱਲੀਏ ਤਾਂ ਸਮਾਜ ਦਾ ਹਰ ਇੱਕ ਨਾਗਰਿਕ ਜਿਸ ਤੋਂ ਅਸੀਂ ਕੁਝ ਸਿੱਖਦੇ ਹਾਂ ਉਹ ਸਾਡਾ ਇੱਕ ਅਧਿਆਪਕ ਦਾ ਦਰਜਾ ਲੈ ਜਾਂਦਾ ਹੈ, ਠੀਕ ਹੈ ਬੇਟੇ। ਉਸ ਤੋਂ ਇਲਾਵਾ ਨੈਕਸਟ ਜਿਹੜਾ ਪੁਆਇੰਟ ਹੈ ਆਪਣਾ ਹੈ टीचर प्यूपल रिलेशनशिप। टीचर प्यूपल रिलेशनशिप टीचर प्यूपल रिलेशनशिप ਦੇ ਵਿੱਚ ਕੀ ਹੈ ਕਿ ਇੱਕ ਅਧਿਆਪਕ ਤੇ ਵਿਦਿਆਰਥੀ ਦਾ ਜਿਹੜਾ ਰਿਲੇਸ਼ਨਸ਼ਿਪ ਹੈ, ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਕੂਲ ਦੇ ਵਿੱਚ ਜਿਹੜਾ ਹੈ ਟੀਚਰ ਤੇ ਇੱਕ ਪਿਊਪਲ ਦਾ ਰਿਲੇਸ਼ਨਸ਼ਿਪ ਇੱਕ ਰਸਮੀ ਫਾਰਮਲ ਤਰੀਕੇ ਤੇ ਹੁੰਦਾ ਹੈ ਕਿ ਜਦ ਤੱਕ ਬੱਚਾ ਸਕੂਲ ਦੇ ਵਿੱਚ ਪੜ੍ਹ ਰਿਹਾ ਹੈ ਤਦ ਤੱਕ ਸਾਡੇ ਟੀਚਰ ਨਾਲ ਜਾਣ ਪਹਿਚਾਣ ਹੈ, ਤਦ ਤੱਕ ਸਾਡੇ ਲਈ ਟੀਚਰ ਕੰਮ ਕਰ ਰਿਹਾ ਹੈ ਤੇ ਅਸੀਂ ਟੀਚਰ ਦੇ ਲਈ ਮੌਜੂਦ ਹਾਂ। ਪਰ ਜਿਵੇਂ ਹੀ ਜਿਹੜਾ ਬੱਚਾ ਹੈ ਸਕੂਲਿੰਗ ਛੱਡ ਕੇ ਜਾਂਦਾ ਹੈ ਤਾਂ ਇੱਕ ਟੀਚਰ ਪਿਊਪਲ ਰਿਲੇਸ਼ਨਸ਼ਿਪ ਜਿਹੜਾ ਹਾਰਡ ਹੋ ਜਾਂਦਾ ਹੈ, ਇੱਕ ਵਧੀਆ ਤਰੀਕਾ ਲੈ ਜਾਂਦਾ ਹੈ, ਇੱਕ ਰੂਹ ਬਣ ਜਾਂਦਾ ਹੈ ਸਿੱਖਿਆ ਦੇ ਖੇਤਰ ਦੇ ਵਿੱਚ। ਜੇ ਉਸ ਨੂੰ ਕਦੇ ਵੀ ਕੋਈ ਗਾਈਡੈਂਸ ਲੈਣ ਦੀ ਲੋੜ ਪੈਂਦੀ ਹੈ ਜਾਂ ਕੁਝ ਸਮਝਣ ਦੀ ਲੋੜ ਪੈਂਦੀ ਹੈ ਤਾਂ ਉਸਦੇ ਦਿਮਾਗ ਦੇ ਵਿੱਚ ਹੁੰਦਾ ਹੈ ਕਿ ਜਿਹੜਾ ਉਹ ਅਧਿਆਪਕ ਸੀ ਮੇਰੀ ਉਹਦੇ ਨਾਲ ਬਹੁਤ ਅੱਛੀ ਫਾਊਂਡੇਸ਼ਨ ਸੀ, ਜੇ ਮੈਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਮੈਂ ਉਸਦੇ ਨਾਲ ਡਿਸਕਸ ਕਰਾਂ, ਹੋ ਸਕਦਾ ਉਹ ਮੇਰੀ ਇਸ ਸਮੱਸਿਆ ਨੂੰ ਜੋ ਹੈ ਉਹ ਖਤਮ ਕਰ ਸਕੇ ਤੇ ਮੈਨੂੰ ਅੱਗੇ ਦਾ ਪੱਖ ਦਿਖਾ ਸਕੇ, ਗਾਈਡ ਕਰ ਸਕੇ ਕਿ ਮੈਂ ਅੱਗੇ
ਕੀ ਕਰ ਸਕਦਾ ਹਾਂ। ਤਾਂ ਇੱਥੇ ਆ ਕੇ ਟੀਚਰ ਪੀਪਲ ਦਾ ਰਿਲੇਸ਼ਨਸ਼ਿਪ ਜਿਹੜਾ ਹੈ ਇੱਕ ਬੜਾ ਹੀ ਪਿਆਰ ਵਾਲਾ ਬਣ ਜਾਂਦਾ ਹੈ, ਇੱਕ ਬਾਉਂਡੇਸ਼ਨਸ ਵਾਲਾ ਬਣ ਜਾਂਦਾ ਹੈ। ਆਪਸੀ ਜਿਹੜੀ ਉਹਨਾਂ ਦੀ ਜਿਹੜੀ ਹੈ ਆਪਸੀ ਇੰਨੀ ਜ਼ਿਆਦਾ ਨੀਅਰਨੈਸ ਹੋ ਜਾਂਦੀ ਹੈ, ਇੰਨੇ ਜ਼ਿਆਦਾ ਕਲੋਜ਼ ਹੋ ਜਾਂਦੇ ਨੇ ਉਹ ਕਿ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਐਂਡ ਮੂਮੈਂਟ ਤੱਕ ਜਿਹੜਾ ਉਹ ਇੱਕ ਦੂਸਰੇ ਦਾ ਸਾਥ ਨਿਭਾਉਂਦੇ ਨੇ। ਠੀਕ ਹੈ ਬੇਟਾ ਜੀ। ਤੇ ਥਰਡ ਨੈਕਸਟ ਜਿਹੜਾ ਪੁਆਇੰਟ ਹੈ ਪ੍ਰੈਕਟੀਕਲੀ। नेक्स्ट अपना है प्रैक्टिकली 13 पॉइंट। प्रैक्टिकली हुण प्रैक्टिकली की गल करिए जी आपां तां प्रैक्टिस मेक्स अ मैन परफेक्ट। ठीक है, स्कूल दे विच एक सानू रिटन वर्क करवाया जाता है, एक जिंदगी दी पढ़ाई करवाई जाती है लिखती रूप दे विच। जिवें आपां गल करिए SST दे विच जदों सानू पढ़ाया जाता है कि साडे ये मौलिक अधिकार ने, ये साडे मौलिक कर्तव्य ने, ते उन्हां नूं असीं सिर्फ एक पढ़ते हाँ, साडी जिहड़ी समझण शक्ति तक समझ जरूर आ जाता है, पर असीं उस नूं जिंदगी दे विच किस टाइम लैके आने हैं जदों असीं एजुकेशन दे विच आ जाते हैं। जो एजुकेशन दे विच आने आ, सिक्ख्या दे खेतर दे विच आने आ, तो सिक्ख्या दे खेतर दे विच आके सानू जीवन दे लई जिहड़े वो 6 मौलिक कर्तव्य ते 6 मौलिक जिम्मेवारियां ते 6 जिहड़े अधिकार दस्से गए सी, असीं उन्हां दा प्रयोग करदे आ। किस तरीके नाल प्रयोग करदे आ? जिवें मैनूं पता है कि मैं अपने नियमां की जिहड़ी उलंघना नहीं करनी, कानूनां की पालना करनी है, या जिहड़ी जद्दी जायदाद है उस ते मेरा मलकीयत बनता है, मेरी अधिकार बनता है, मैं मालक हाँ उसकी, जिहड़े मेरे पेरेंट्स की जायदाद है उस दे विच मेरा हिस्सा बनता है। ये सारियां चीज़ां ने प्रैक्टिकली रूप दे विच कदों आउंदियां ने जदों असीं एजुकेशन दे विच आ जाते हाँ, जदों यानी कि असीं समाज दे विच विचरदे हाँ। स्कूल सानू एक प्रैक्टिकल जीवन जीउण दे लई तैयार करता है, ते असीं एक्चुअल दे विच प्रैक्टिकल लाइफ जदों जींदे हाँ तद ही वो सिक्ख्या का सानू जिहड़ा है बेनीफिट मिलता है। हुण जिवें सपोज दैट सानू जिहड़ा एक टीचर है 1 2 3 4 5 6 काउंटिंग सिखाता है, ABC सिखाता है, या टेबल सिखाता है, प्लस माइनस सिखाता है, तो असीं प्रैक्टिकल जीवन दे विच एजुकेशन दे विच जदों असीं समाज दे विच विचरदे हां, जदों असीं कोई समान लैंदे हां उस दे लई असीं पेमेंट करनी हुंदी है, तो असीं काउंटिंग करके पेमेंट देंदे हां, तो की है सानू पहचान कराई जाती है कि ये जिहड़ियां है ये वस्तुआं ने, इस वस्तुआं दा मुੱਲ इन्ना है। ये सारियां चीज़ां एक सिक्ख्या दे दौरान बच्चे नूं तैयार कर दिता जाता है सिक्ख्या दे वास्ते। स्कूल दे विच सानू समाज दे विच विचरण लई तैयार किया जाता है। तो नैक्सट टॉपिक है बेटे अपना इवैल्यूएशन। हुण इवैल्यूएशन की गल करिए तो बेटा इवैल्यूएशन दे विच की आउंदा है? इवैल्यूएशन दे विच स्कूल दे विच जो इवैल्यूएशन हुंदी है वो या तो छमाही हुंदी है या तिमाही हुंदी है या ईयरली हुंदी है। जिहड़ी इवैल्यूएशन हुंदी है वो एक एग्जाम के रूप विच हुंदी है, जो रिटन फॉर्म दे विच या ओरल रूप दे विच या प्रैक्टिकल रूप दे विच जिहड़ी है जिहड़े बच्चे जिहड़े ने अपने एग्जामिनेशन नूं कंप्लीट करते हैं। ते जेकर आपां जिंदगी दे विच इवैल्यूएशन की गल करिए तो जिंदगी दे विच सानूं इवैल्यूएशन करते हुए एक दूसरा बंदा सानूं जज करता है। किस तरीके नाल जज करता है? साडी बोलनी तो जज करता है, साडे रहन सहन तो जज करता है, साडे डिसिप्लिन तो जज करता है, साडी पर्सनैलिटी तो जज करता है, साडे स्टेटस सिंबल तो जज करता है, साडी इकोनॉमिकल पावर तो जज करता है, साडी वीकनेसेस तो जज करता है, साडी गुडनेस तो जज करता है। जिहड़े सारे पॉइंट्स जिहड़े साडी सिक्ख्या दे विच इवैल्यूएशन दे काम आउंदे ने। स्कूल दे विच तां सिर्फ असीं एक बार एग्जाम दे के जिहड़ा है क्लीयर कर दिंदे हां, पर समाज दे विच जेकर गल करिए समाज दे विच हर पद्धर दे उत्ते जिहड़ी है सिक्ख्या अपना रोल निभाउंदी है। सिक्ख्या दे हर पद्धर दे विच इक सानूं इवैल्यूएट किया जाता है कि असीं किस जगह
जगह ते जज करते हाँ। फॉर एग्जाम्पल असी किसी जगह ते जॉब भी लैण जा रहे तो उत्थे भी साडी इवैल्यूएशन होंदी है कि असी किन्नी क जिहड़ी सैलरी लैण दे डिजर्व करते हाँ, किन्ना क असी रिस्पोंसिबल हाँ, किन्ना क असी काम नूं बहुत वधिया तरीके नाल करते हाँ। ठीक है बेटा जी। ते नेक्स्ट पॉइंट जिहड़ा है आपां डिग्री की गल करिए तां उस दे विच एक प्रमाण पत्र की गल करिए, स्कूल दे विच साडे क्लास क्लीयर करन तो बाद सानू एक सर्टिफिकेट प्रोवाइड हो जाता है ते एजुकेशन दे विच सानू जिहड़ा है सर्टिफिकेट प्रोवाइड ना होके एक सानू मतलब एक प्रेज दे रूप विच या ब्लैसिंग्स दे रूप दे विच जिहड़ियां सानू है दुआवां मिलदियां ने ओही साडी जिहड़ी है पूंजी दा कारण बनदियां ने। ते बेटे ये जिहड़ा लेक्चर जिहड़ी अपना टॉपिक सीगा एजुकेशन एंड स्कूलिंग इस आपां हुण कंप्लीट कीता है। तो कंक्लूजन के तौर पर मैं तुहानूं यही कहूँगी कि जिहड़ा स्कूलिंग है उसका खेत्र जिहड़ा है बहुत सीमित है और एजुकेशन का जिहड़ा खेत्र है बहुत ज़्यादा विशाल है। इस दे विच सारे ही तरह दियां जिहड़ियां भावनात्मक लगा लो दुख सुख अपना प्यार खुशी हासा रोना जिन्नियां भी चीज़ां वो साडी सिक्ख्या के खेत्र में आ जांदियां ने। ते जे स्कूल दे विच गल करिए तो एक स्पैशल विषयां की गल कर ली जाती है, स्पैशल तरीके की पढ़ाई कराई जाती है, एक बच्चे को डिवेलप करने के लिए पढ़ाई कराई जाती है, एक मैंटल लैवल उसकी स्कूल दे विच सब तो ज़्यादा जिहड़ा इफेक्ट उसके मैंटल लैवल को किया जाता है, उसकी मैंटैलिटी को बढ़ाया जाता है, उसदे विच गुण भरे जाते हैं कि वो अपने मैंटल लैवल में इन्ना स्ट्रोंग बना ले कि जड़ियाँ बाकी जड़े साडे जिन्ने भी फीलिंग्स ने वो जड़ियाँ ने हर्ट ना हो। क्योंकि कहते एक जे फीलिंग्स ही ने जड़ियाँ साडे मन को हर्ट करदियां ने वीक कर दिंदियां ने जिस करके साडी डिवेलपमेंट रुक जाती है। एक बंदे को कहते रोकना होवे कुछ कहते जिवें आम भी कहा जाता है कहते किसी भी सक्सैसफुल मैन दे पीछे उसकी वाइफ का हाथ हुंदा है या किसी भी फैमिली के पीछे सक्सैसफुल होने के पीछे एक औरत का हाथ होता है, चाहे वो माँ है चाहे भैन है चाहे पत्नी है, किसी भी रूप के लेडी जी है वो हेल्प करती है। तो इस तरीके के नाल जदों कहते असी की करते हाँ उस चीज़ को असी मन के चलना है। पर ये जी जानकारी सानू एक स्कूल जिहड़ा है साडी जिंदगी दे विच बहुत ही वधिया रोल निभाउंदा है कि किस तरीके नाल असी एजुकेशन नूं लैके अपने कैरियर नूं सैटअप करना है तो एजुकेशन दे विच समाज दे विच जाके किवें विचरना है अपनी जिंदगी नूं किस तरीके नाल वधिया बनाना। ठीक है बेटे, नेक्स्ट लेक्चर दे विच आपां करांगे एजुकेशन एंड ट्रेनिंग, थर्ड पार्ट जिहड़ा है डिफरेंशियल नेम दा जिहड़ा एजुकेशन दा एजुकेशन एंड ट्रेनिंग नूं नेक्स्ट लेक्चर दे विच आपां डिस्कस करांगे। थैंक यू एंड हैव अ नाइस डे।